ਹਾਂਜੀ, ਕੀ ਹਾਲ ਆ ਸੱਜਣੋ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਗਰਚਾ ਤੇ ਮੇਰੇ ਨਾਲ ਹਨ ਜੋਸ਼ੀ। ਤੇ ਅੱਜ ਫੇਰ ਇੱਕ ਵਾਰੀ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਖਾਸ ਐਪੀਸੋਡ ਪੋਡਕਾਸਟ ਦਾ। ਤੇ ਅੱਜ ਇਸ ਐਪੀਸੋਡ 'ਚ ਗੱਲ ਕਰਾਂਗੇ ਆਪਾਂ ਏਲੀਅਨਸ ਬਾਰੇ ਤੇ UFOs ਬਾਰੇ, ਜਾਂ ਉੜਨ ਤਸ਼ਤਰੀਆਂ ਜਾਂ ਦੂਜੇ ਗ੍ਰਹਿ ਦੇ ਲੋਕਾਂ ਬਾਰੇ। ਤੇ ਹੋਰ ਜਾ ਕੇ ਵੀਡੀਓ ਵੀ ਦਿਖਾਵਾਂਗੇ ਅੱਗੇ, ਸਬੂਤ ਜਾਂ ਇੱਕ ਬਹੁਤ ਤਕੜੇ ਖੁਲਾਸੇ ਜੋ ਹੋ ਰਹੇ ਆ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ US ਦੇ ਵਿੱਚ, ਉਹ ਵੀ ਸਾਰਾ ਕੁਝ ਦਿਖਾਵਾਂਗੇ। ਤੇ ਸਭ ਤੋਂ ਪਹਿਲਾਂ ਤਾਂ ਜੋਸ਼ੀ ਜੀ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਬਹੁਤ ਸਵਾਗਤ ਪੋਡਕਾਸਟ 'ਤੇ। ਧੰਨਵਾਦ ਗਰਚਾ ਜੀ, ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਇਸ ਪੋਡਕਾਸਟ ਤੇ ਆਉਣ ਤੇ ਅਸੀਂ ਇਸ ਟੌਪਿਕ ਦੇ ਉੱਤੇ ਗੱਲ ਕਰਨੀ ਬਣਦੀ ਵੀ ਹੈ। ਜੋ ਚੀਜ਼ਾਂ ਲੋਕਾਂ ਦੇ ਸਾਹਮਣੇ ਇੱਕਦਮ ਆਈਆਂ ਜਿਹਦੇ ਨਾਲ ਲੋਕਾਂ ਨੂੰ ਬਹੁਤ ਮਤਲਬ ਕਿ ਡਰ ਦਾ ਮਾਹੌਲ ਆ ਜਾਂਦਾ ਹੈ, ਡਰ ਹੂੰ ਵਾਲੇ ਹੂੰ ਥਾਟਸ ਆਉਣ ਲੱਗ ਜਾਂਦੇ ਹੈ ਹੂੰ ਕਿ ਹੂੰ ਇਹ ਜੋ ਹੂੰ ਚੀਜ਼ ਸਾਨੂੰ ਇੱਕਦਮ ਦੇਖਣ ਨੂੰ ਮਿਲ ਗਈ ਜਿਹਦੇ ਬਾਰੇ ਕੋਈ ਹੂੰ ਗੱਲ ਵੀ ਨਹੀਂ ਕਰਦਾ ਹੂੰ 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 ਆਪਣੀ ਡੇਲੀ ਲਾਈਫ ਦੇ ਵਿੱਚ। ਹੂੰ ਤੇ ਹੁਣ ਆਹੀ ਚੀਜ਼ਾਂ ਦੇ ਬਾਰੇ ਖੁਲਾਸੇ ਹੋ ਰਹੇ ਆ। ਆਈ ਥਿੰਕ ਕਿ ਜੋ ਚੀਜ਼ਾਂ ਐਦਾਂ ਸਾਹਮਣੇ ਆ ਰਹੀਆਂ, ਜੇ ਆਹੀ ਚੀਜ਼ਾਂ ਗਵਰਨਮੈਂਟ ਇੱਕ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਆਪ ਹੀ ਪ੍ਰੈਜ਼ੈਂਟ ਕਰ ਦੇਵੇ ਤਾਂ ਉਹ ਮਚ ਬੈਟਰ ਅਪਰੋਚ ਹੋਏਗੀ ਹੂੰ ਲੋਕਾਂ ਨੂੰ ਅਵੇਅਰ ਕਰਵਾਉਣ ਲੋਕ ਵਾਸਤੇ। ਸਮਝਣਗੇ, ਹਾਂ। ਨਹੀਂ, ਤੇ ਇਹ ਕੋਈ ਅਰਸੇ ਪੁਰਾਣਾ ਹੀ ਸਵਾਲ ਰਿਹਾ ਹੈ ਕਿ ਇਹ ਕੁਝ ਏਲੀਅਨ ਐਗਜ਼ਿਸਟ ਕਰਦੇ ਆ, ਹੁੰਦੇ ਆ, ਜਾਂ ਇਹ ਚੀਜ਼ਾਂ ਸੱਚ ਨੇ ਜਾਂ ਕਿੱਦਾਂ ਵਾ। ਵਾ ਇਹ ਸਭ ਤੋਂ ਪਹਿਲੀ ਗੱਲ ਤਾਂ ਉਹ ਚੀਜ਼ਾਂ ਜਾਵਾਂਗੇ। ਪਹਿਲੀ ਗੱਲ ਤਾਂ ਆਪਾਂ ਮੈਂ ਤੁਹਾਨੂੰ ਇੱਕ ਬਹੁਤ ਵਧੀਆ, ਇੱਕ ਬਹੁਤ ਸੋਹਣੀ ਜਿਹੀ ਵੀਡੀਓ ਦਿਖਾਉਣਾ ਵਾ ਜਿਹਦੇ 'ਚੋਂ ਇਹ ਆਈਡੀਆ ਲੱਗਦਾ ਵਾ ਕਿ ਆਪਣੀ ਦੁਨੀਆ ਕਿੰਨੀ ਛੋਟੀ ਹੈ ਸਾਰੇ ਬ੍ਰਹਿਮੰਡ ਦੇ ਮੁਕਾਬਲੇ। ਤੇ ਜੋ ਮੈਂ ਤੁਹਾਨੂੰ ਦਿਖਾਉਣਾ ਹੁਣ, ਦੇਖੋ ਆ ਵੀਡੀਓ। ਇਹ ਜੀ ਆਪਣਾ ਸੋਲਰ ਸਿਸਟਮ, ਸੂਰਜ ਦੇ ਆਲੇ ਦੁਆਲੇ ਜੋ ਆਪਣੇ ਸਾਰੇ ਪਲੈਨਟ ਘੁੰਮ ਰਹੇ ਆਪਣੇ। ਤੇ ਉਸ ਤੋਂ ਬਾਹਰ ਨਿਕਲਦੇ ਆ ਤਾਂ ਕਿੰਨੇ ਹੀ ਹੋਰ ਇਦਾਂ ਦੇ ਸੂਰਜ ਤੇ ਉਹਨਾਂ ਦੇ ਆਲੇ ਦੁਆਲੇ ਘੁੰਮਣ ਵਾਲੇ ਹੋਰ ਇਦਾਂ ਦੇ ਗ੍ਰਹਿ, ਪੂਰਾ ਮਲਟੀਵਰਸ ਹੈ। ਅਰਬੋ ਖਰਬੋ ਇਦਾਂ ਦੇ ਸੂਰਜ, ਅਰਬੋ ਖਰਬੋ ਇਦਾਂ ਦੇ ਸੂਰਜ ਤੇ ਸੋਲਰ ਸਿਸਟਮ ਜੋ ਕਿ ਮਿਲ ਕੇ ਬਣਾਉਂਦੇ ਹਨ ਇੱਕ ਗੈਲੈਕਸੀ। ਤੇ ਆਪਣੀ ਗੈਲੈਕਸੀ ਦਾ ਨਾਮ ਹੈ ਮਿਲਕੀ ਵੇ ਗੈਲੈਕਸੀ। ਤੇ ਇਦਾਂ ਦੀਆਂ ਹੀ ਹਜ਼ਾਰਾਂ ਗੈਲੈਕਸੀਆਂ ਹਨ। ਬਿਲੀਅਨਸ ਦੇ ਬਿਲੀਅਨਸ ਗੈਲੈਕਸੀਜ਼। ਤੇ ਜਿਹੜੀਆਂ ਮਿਲ ਕੇ ਬਣਾਉਂਦੀਆਂ ਹਨ ਇੱਕ ਯੂਨੀਵਰਸ। ਤੇ ਇਦਾਂ ਦੇ ਕਿੰਨੇ ਹੀ ਹੋਰ ਯੂਨੀਵਰਸ ਜਿਨ੍ਹਾਂ ਦੇ ਡਿਫਰੈਂਟ ਲਾਜ਼ ਆਫ ਨੇਚਰ, ਨੂੰ ਮਲਟੀਵਰਸ ਵੀ ਕਹਿੰਦੇ ਆ। ਜਿੱਦਾਂ ਕਿ ਤੁਸੀਂ ਦੇਖਿਆ ਕਿ ਆਪਣੀ ਧਰਤੀ ਹੈ ਉਹ ਇੱਕ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ। ਤੇ ਹੋਰ ਵੀ ਕਈ ਇਦਾਂ ਦੇ ਪਲੈਨਟ ਨੇ ਜਿਹੜੇ ਸੂਰਜ ਦੇ ਆਲੇ ਦੁਆਲੇ ਘੁੰਮਦੇ ਆ, ਜੋ ਕਿ ਮਿਲ ਕੇ ਇੱਕ ਸੋਲਰ ਸਿਸਟਮ ਬਣਾਉਂਦੇ ਹਨ। ਤੇ ਇਦਾਂ ਦੇ ਹੀ ਕਿੰਨੇ ਹੋਰ ਹਜ਼ਾਰਾਂ ਸੋਲਰ ਸਿਸਟਮ ਨੇ, ਹੋਰ ਇਦਾਂ ਦੇ ਕਿੰਨੇ ਹਜ਼ਾਰਾਂ ਸੂਰਜ ਨੇ ਜੋ ਮਿਲ ਕੇ ਇੱਕ ਗੈਲੈਕਸੀ ਬਣਾਉਂਦੇ ਹਨ। ਤੇ ਇਦਾਂ ਦੇ ਹੀ ਹਜ਼ਾਰਾਂ ਗੈਲੈਕਸੀਆਂ ਜੋ ਕਿ ਮਿਲ ਕੇ ਇੱਕ ਯੂਨੀਵਰਸ ਬਣਾਉਂਦੀਆਂ ਹਨ ਜਿਹਨੂੰ ਬ੍ਰਹਿਮੰਡ ਕਹਿੰਦੇ ਆ। ਤੇ ਇਦਾਂ ਦੇ ਕਿੰਨੇ ਹੀ ਬ੍ਰਹਿਮੰਡ ਨੇ। ਤੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਪਲੈਨਟ ਨੇ ਇਹ ਸਾਰੇ ਬ੍ਰਹਿਮੰਡ ਦੇ ਵਿੱਚ। ਹਜ਼ਾਰਾਂ, ਮਤਲਬ ਜ਼ੀਰੋਆਂ ਵੀ ਲਾਉਣ ਦਾ ਕੋਈ ਹਿਸਾਬ ਨਹੀਂ ਹੋਣਾ ਕਿੰਨੇ ਆ। ਤੇ ਜੇ ਇਹ ਗੱਲ ਆਪਾਂ ਕਹੀਏ ਕਿ ਸਿਰਫ ਆਪਣੀ ਹੀ ਧਰਤੀ 'ਤੇ ਲਾਈਫ ਹੈ ਜਾਂ ਸਿਰਫ ਆਪਣੀ ਹੀ ਧਰਤੀ ਦੇ ਉੱਪਰ ਜ਼ਿੰਦਗੀ ਹੈ, ਤੇ ਜੇ ਪ੍ਰੋਬੇਬਿਲਿਟੀ ਦੇ ਹਿਸਾਬ ਨਾਲ ਸੋਚੀਏ ਤਾਂ ਇਹ ਲੱਗਦਾ ਹੈ ਕਿ ਨਹੀਂ ਯਾਰ, ਕਿਤੇ ਨਾ ਕਿਤੇ ਤਾਂ ਹੋਰ ਧਰਤੀ ਇੰਨੇ ਹਜ਼ਾਰਾਂ ਕਰੋੜਾਂ ਦੇ ਵਿੱਚੋਂ ਕਿ ਜਿਹਦੇ 'ਤੇ ਤਾਂ ਲਾਈਫ ਹੋਊਗੀ। ਕੀ ਇਸ ਖਿਆਲ ਹੈ ਚੀਜ਼ ਤੁਹਾਡਾ? ਦੀ ਪੋਸੀਬਿਲਿਟੀ ਇਸ ਚੀਜ਼ ਦੀ ਪੋਸੀਬਿਲਿਟੀ ਨਹੀਂ ਹੋ ਸਕਦੀ। ਆਪਾਂ ਇੱਥੇ ਬੈਠ ਕੇ ਇਹ ਚੀਜ਼ ਦੇ ਬਾਰੇ ਗੱਲ ਵੀ ਨਹੀਂ, ਐਦਾਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਕਿਸੇ ਹੋਰ ਜਗ੍ਹਾ ਤੇ ਜਾਂ ਕਿਸੇ ਹੋਰ ਪਲੈਨਟ ਤੇ ਲਾਈਫ ਹੀ ਨਹੀਂ ਹੋਏਗੀ। ਹੂੰ ਕਿਉਂਕਿ ਇਹ ਚੀਜ਼ ਕਹਿਣੀ ਤਾਂ ਬਹੁਤ, ਇਹ ਤਾਂ ਫਿਰ ਇਹ ਹੋ ਗਿਆ ਨਾ ਕਿ ਤੁਸੀਂ ਆਪਣੇ ਆਪ ਨੂੰ ਹੀ ਕਹਿ ਰਹੇ ਹੋ ਕਿ ਬਸ ਅਸੀਂ ਆ ਜਿਹੜੇ ਐਗਜ਼ਿਸਟ ਕਰ ਰਹੇ ਹਾਂ ਪੂਰੇ ਹੂੰ ਮਲਟੀਵਰਸ ਦੇ ਵਿੱਚ। ਹੂੰ ਤੇ ਨਹੀਂ, ਇਹ ਬਿਲਕੁਲ। ਚੀਜ਼ ਦੀ ਇਹ ਚੀਜ਼ ਦੀ ਪੋਸੀਬਿਲਿਟੀ ਹੋ ਹੀ ਨਹੀਂ ਸਕਦੀ। ਹਾਂ, ਸਾਡਾ ਹਾਲੇ ਤੱਕ ਕੋਈ ਐਨਕਾਊਂਟਰ ਜੋ ਹੈ ਨਹੀਂ ਹੋਇਆ ਹੈ।
ਹੂੰ। ਤੇ ਕੋਈ ਉਦਾਂ ਦਾ ਕੋਈ ਜਾਂ ਇਹੋ ਜਿਹਾ ਮਤਲਬ ਐਨਕਾਊਂਟਰ ਜੋ ਹਲੇ ਤੱਕ ਸਰਕਾਰ ਨੇ ਹਲੇ ਨਹੀਂ ਪਬਲਿਕ ਸਰਕਾਰ ਕੀਤਾ, ਨੇ ਜਾਂ ਇਦਾਂ ਕਹਿ ਸਕਦੇ ਹਾਂ ਆਪਾਂ। ਜਾਂ ਹੂੰ। ਸਾਡੇ ਸਾਹਮਣੇ ਲਿਆਇਆ ਨਹੀਂ ਗਿਆ, ਨਹੀਂ ਬਟ ਗਿਆ। ਹੂੰ। ਜਿੱਦਾਂ ਦੇ ਹੁਣ, ਜੇ ਲੋਕੀ ਕਹਿੰਦੇ ਆ ਕਿ ਅਸੀਂ ਦੇਖੇ ਹੀ ਨਹੀਂ ਹੈ, ਅਸੀਂ ਹੂੰ। ਹੋਰ ਕਿਸੇ ਬਾਹਰਲੇ ਦੁਨੀਆ ਦੇ ਬੰਦਿਆਂ ਨੂੰ ਨਹੀਂ ਮਿਲੇ, ਏਲੀਅਨਸ ਨੂੰ ਨਹੀਂ ਮਿਲੇ, ਜਾਂ ਹੂੰ। ਬਟ ਉਹ ਚੀਜ਼ ਹੁਣ ਹੁਣ ਅਸੀਂ ਆਪਾਂ ਉਸ ਚੀਜ਼ ਨੂੰ, ਸਾਨੂੰ ਨਾ ਇੱਕ ਬਹੁਤ ਸਾਡੀ ਮਤਲਬ ਸੋਚ ਉਦਾਂ ਦੀ ਬਣਾ ਦਿੱਤੀ ਗਈ ਹੈ ਮੂਵੀਜ਼ ਦੇ ਥਰੂ, ਵੈਬ ਸੀਰੀਜ਼ ਹੂੰ। ਦੇ ਥਰੂ, ਹੂੰ। ਕਿ ਏਲੀਅਨਸ ਏਦਾਂ ਦੇ ਹੁੰਦੇ ਆ, ਏਲੀਅਨਸ ਹੂੰ। ਏਦਾਂ ਦੇ ਦਿਖਦੇ ਆ। ਹੂੰ। ਵੀ ਨੈਵਰ ਨੋ ਕਿ ਸਾਨੂੰ ਨਹੀਂ ਪਤਾ ਉਹ ਕਿੱਦਾਂ ਦੇ ਹੋ ਸਕਦੇ ਆ। ਉਹ ਹੂੰ। ਪੀਸਫੁਲ ਵੀ ਹੋ ਸਕਦੇ ਆ, ਉਹ ਐਗਰੈਸਿਵ ਵੀ ਹੂੰ। ਹੋ ਸਕਦੇ ਆ। ਹੂੰ। ਹੁਣ ਹੁਣ ਲੋਕਾਂ ਦਾ ਇਹਦਾ ਕਹਿਣਾ ਇਹ ਵੀ ਹੈ ਕਿ ਜਿਹੜੇ ਮਤਲਬ ਇਜਿਪਟ ਦੇ ਵਿੱਚ ਪਿਰਾਮਿਡਸ ਹੈ, ਹੂੰ। ਉਹ ਉਹ ਕਿੱਦਾਂ ਸਾਰੇ ਬਣੇ? ਏਲੀਅਨਸ ਨੇ ਬਣਾਏ ਆ। ਉਹ ਕਿੱਦਾਂ ਬਣੇ? ਹਾਂ, ਤੁਸੀਂ ਗੱਲ ਸੋਚਣ ਵਾਲੀ ਹੈ, ਕਿ ਕਿਉਂਕਿ ਉਹ ਕਿੱਡੇ ਕਿੱਡੇ ਕਿੰਨੇ 100 ਮੀਟਰ ਉੱਚੇ ਪਿਰਾਮਿਡ ਨੇ, ਠੀਕ ਆ। ਜੋ ਉਹ ਟੈਕਨੋਲੋਜੀ ਨੇ, ਉਹ ਪੱਥਰ ਕਿੱਦਾਂ ਖਿੱਚ ਕੇ ਉੱਥੇ ਤੱਕ ਲਿਆਂਦੇ ਗਏ, ਇੰਨੇ ਹਜ਼ਾਰਾਂ ਸਾਲ ਪਹਿਲਾਂ ਵੀ ਉੱਦਾਂ ਟੈਕਨੋਲੋਜੀ ਸੀਗੀ ਨਹੀਂ ਉੱਦਾਂ ਦਾ ਇਦਾਂ ਦੀ। ਤੇ ਉਹ ਵੀ ਬਹੁਤ ਜੇ ਵੱਡਾ ਆਪਾਂ ਸਵਾਲ ਅੱਜ ਹੈ ਇੱਕ ਦੀ ਗੱਲ ਮਿਸਰ ਦੇ। ਹਾਂ। ਕਰੀਏ, ਜੇ ਆਪਾਂ ਅੱਜ ਦੀ ਗੱਲ ਕਰੀਏ, ਅੱਜ ਦੀ ਹੂੰ। ਟੈਕਨੋਲੋਜੀ ਨੂੰ ਯੂਜ਼ ਕਰਕੇ ਵੀ ਆਪਾਂ ਇੱਕ ਪਿਰਾਮਿਡ ਖੜਾ ਕਰਨਾ ਚਾਹੀਏ, ਅਸੀਂ ਨਹੀਂ ਕਰ ਸਕਦੇ। ਹੂੰ। ਉਹ ਜੋ ਉਸ ਟਾਈਮ ਦੀ ਆਰਕੀਟੈਕਚਰ ਸੀਗਾ, ਜੋ ਉਹਦਾ ਇਨਫਰਾਸਟ੍ਰਕਚਰ ਅੰਦਰੋਂ ਜਿੱਦਾਂ ਦੇ ਉਹ ਬਣਾਏ ਗਏ ਆ, ਹੂੰ। ਜੋ ਚੇਂਬਰਸ ਕੱਟੇ ਜਾਂਦੇ ਸੀ ਉਸ ਟਾਈਮ ਲਈ, ਹੂੰ। ਜਿੱਦਾਂ ਦੇ ਰਸਤੇ, ਖੂਫੀਆ ਰਸਤੇ ਕੱਢੇ ਜਾਂਦੇ ਸੀ, ਜੋ ਉਹਨੂੰ ਇੱਕ ਢਾਂਚਾ ਤਿਆਰ ਕੀਤਾ ਜਾਂਦਾ ਸੀ, ਉਹ ਅੱਜ ਦੀ ਹੂੰ। ਟੈਕਨੀਕ ਨੂੰ ਯੂਜ਼ ਕਰਕੇ ਵੀ ਨਹੀਂ ਬਣਾਇਆ ਜਾ ਨਹੀਂ ਬਣਾਇਆ ਸਕਦਾ। ਜਾ ਸਕਦਾ। ਤੇ ਬਿਲਕੁਲ ਕਿਤੇ ਨਾ ਕਿਤੇ ਬੰਦੇ ਨੂੰ ਸਿਰ ਖੁਰਕਾਉਣ ਲਈ ਮਜਬੂਰ ਕਰਦਾ ਹੈ ਕਿ ਇਹ ਬਣਾਇਆ ਤਾਂ ਬਣਾਇਆ ਕਿੱਦਾਂ ਗਿਆ ਉਹ ਟਾਈਮਾਂ ਦੇ ਵਿੱਚ। ਨਹੀਂ, ਬਿਲਕੁਲ ਸਹਿਮਤ ਹਾਂ। ਤੇ ਇੱਕ ਬਹੁਤ ਤਕੜਾ ਜੋ ਖੁਲਾਸਾ ਹੋਇਆ ਹੈ ਪਿਛਲੇ ਕੁਝ ਹਫ਼ਤਿਆਂ 'ਚ ਹੀ, ਉਹਦੇ ਬਾਰੇ ਗੱਲ ਕਰਦੇ ਹਾਂ, ਜੋ ਅੱਗੇ ਆਇਆ। ਤੋ ਡੇਵਿਡ ਗਰੋਚ, ਜੋ ਕਿ US ਦੇ ਡਿਪਾਰਟਮੈਂਟ ਆਫ ਡਿਫੈਂਸ ਦੇ ਫਾਰਮਰ ਇੰਟੈਲੀਜੈਂਸ ਆਫਿਸਰ ਰਹੇ ਆ, ਉਹਨਾਂ ਨੇ ਅੱਗੇ ਆ ਕੇ ਬਹੁਤ ਤਕੜਾ ਖੁਲਾਸਾ ਕੀਤਾ ਹੈ ਕਿ ਸਰਕਾਰ ਦੇ ਕੋਲ ਇੱਦਾਂ ਦੀ UFO ਜਾਂ ਉਡਨ ਦਸਤਰੀ ਜਾਂ UAP ਕਹਿ ਦਿੰਦੇ, ਜਾਂ ਅਨਆਇਡੈਂਟੀਫਾਈਡ ਅਨੋਮਲਸ ਫਨੋਮੀਨਾ, ਜੋ ਕਿ ਨਾਮ ਦਿੱਤਾ ਹੈ ਸਰਕਾਰ ਨੇ ਨਾਮ ਦਿੱਤਾ ਹੈ। ਅਤੇ ਉਹ ਇੱਦਾਂ ਦੇ ਉਡਨ ਤਸ਼ਤਰੀਆਂ, ਸਪੇਸਸ਼ਿਪ ਜਿਹੜੀਆਂ ਨੇ, ਉਹ ਕ੍ਰੈਸ਼ ਲੈਂਡ ਹੋਈਆਂ ਨੇ ਜਾਂ ਵੈਸੇ ਲੈਂਡ ਹੋਈਆਂ ਨੇ, ਅਤੇ ਉਹ ਸਰਕਾਰ ਦੇ ਕੰਟਰੋਲ 'ਚ ਹੈਗੀਆਂ ਨੇ। ਉਹ ਕਿੰਨੇ ਹੀ ਦਸ਼ਕਾਂ ਤੋਂ ਹੈਗੀਆਂ ਨੇ, ਅਤੇ ਉਹਨਾਂ 'ਤੇ ਰਿਵਰਸ ਇੰਜੀਨੀਅਰਿੰਗ ਚੱਲ ਰਹੀ ਹੈ। ਅਤੇ ਉਹ ਸਪੇਸਸ਼ਿਪਸ ਨੂੰ ਚਲਾਉਣ ਵਾਲੇ, ਜਿਹਨੂੰ ਕਿ ਉਹ ਬੰਦੇ ਨੇ, ਡੇਵਿਡ ਗਰੋਸ਼ ਜੋ ਆਫਿਸਰ ਨੇ ਕਿਹਾ ਵਾ ਕਿ ਨਾਨ ਹਿਊਮਨ ਬਾਇਓਲੋਜਿਕਸ ਵੀ ਰਿਕਵਰ ਹੋਏ ਆ। ਜੋ ਬੰਦੇ ਨੇ ਨਾਮ ਦਿੱਤਾ ਵਾ ਉਹਨੂੰ ਬੇਸਿਕਲੀ ਉਹ ਇਹੀ ਕਹਿਣਾ ਚਾਹ ਰਿਹਾ ਕਿ ਇੱਦਾਂ ਦੇ ਕਿ ਇੱਕ ਹਾਂ ਫੋਰਨ ਡੀਐਨਏ ਸਮਝ ਲਓ, ਕਿ ਇੱਕ ਫੋਰਨ। ਬਾਹਰਲਾ ਹਾਂ। ਡੀਐਨਏ ਮਿਲਿਆ। ਉਹ ਡੀਐਨਏ, ਜਦੋਂ ਹੁਣ ਅਸੀਂ ਫੋਰਨ ਡੀਐਨਏ ਦੀ ਗੱਲ ਕਰਦੇ ਹਾਂ, ਸਾਡੇ ਦਿਮਾਗ 'ਚ ਇੱਕ ਚੀਜ਼ ਆਉਂਦੀ ਹੈ ਕਿ ਬਾਹਰਲੀ ਬਾਡੀ ਮਿਲ ਗਈ, ਬਾਹਰਲਾ ਕੋਈ ਏਲੀਅਨ ਮਿਲ ਗਿਆ। ਹੂੰ। ਫੋਰਨ ਡੀਐਨਏ ਹਮੇਸ਼ਾ ਕੋਈ ਬਾਡੀ ਨਹੀਂ ਹੁੰਦੀ। ਫੋਰਨ ਡੀਐਨਏ ਕੁਡ ਬੀ ਐਨੀਥਿੰਗ। ਫॉर एग्जांपल ਹੂੰ। ਐਨੀ ਲਾਈਫ ਫਾਰਮ, ਕਾਈਂਡ ਆਫ, ਉਹ ਇੱਕ ਪਲਾਂਟ ਵੀ ਹੋ ਸਕਦਾ, ਉਹ ਹੂੰ। ਇੱਕ ਕਾਈਂਡ ਆਫ, ਤੁਸੀਂ ਲਗਾ ਲਓ ਇਨਸੈਕਟ ਵੀ ਹੋ ਸਕਦੀ ਹੈ, ਹੂੰ। ਉਹ ਈਵਨ ਸੋਇਲ ਵੀ ਹੋ ਸਕਦੀ ਹੈ, ਮਿੱਟੀ ਵੀ। ਜੇ ਆਪਾਂ ਕਹਿ ਦਈਏ ਆਪਾਂ ਕਿ ਸਾਨੂੰ ਕਿਤੇ ਬਾਹਰਲੀ ਮਿਲ ਗਈ, ਦੈਟ ਇਜ਼ ਆਲਸੋ ਕੰਸੀਡਰਡ ਟੂ ਬੀ ਅ ਫੋਰਨ ਡੀਐਨਏ। DNA। ਹੂੰ। ਕਿਉਂਕਿ ਜੋ ਚੀਜ਼ ਅਰਥ ਤੇ ਨਹੀਂ ਪਾਈ ਜਾਂਦੀ, ਹੂੰ। ਉਹ ਚੀਜ਼ ਦੇ ਬਾਰੇ ਜਦੋਂ ਉਹਨੂੰ ਬਾਇਓਲੋਜੀਕਲੀ ਅਸੀਂ ਸਟੱਡੀ ਕਰਦੇ ਹਾਂ, ਤਾਂ ਉਹਦੇ ਅੰਦਰੋਂ ਜੋ ਪੈਟਰਨ ਨਿਕਲ ਕੇ ਆਉਂਦਾ ਹੈ, ਹੂੰ। ਉਸ ਵੇ 'ਚ ਉਹਨੂੰ ਫੋਰਨ ਡੀਐਨਏ ਮੰਨਿਆ ਜਾਂਦਾ ਹੈ ਕਿ ਉਹ ਹੂੰ। ਇੱਥੇ ਦੀ ਚੀਜ਼ ਨਹੀਂ ਹੈ, ਉਹ ਬਾਹਰ ਦੀ ਚੀਜ਼ ਹੈ। ਹੂੰ। ਤੇ ਉਹ ਬਹੁਤ ਹੀ ਨੁਕਸਾਨ ਵਾਲੀ ਚੀਜ਼ ਆਪਣੇ ਲਈ ਸਾਬਿਤ ਹੋ ਸਕਦੀ ਹੈ, ਕਿਉਂਕਿ ਸਾਡੇ ਕੋਲ, ਸਾਨੂੰ ਨਹੀਂ ਪਤਾ ਕਿ ਜਿਸ ਚੀਜ਼ ਦਾ ਕੰਟੈਕਟ ਹੋਇਆ ਅਰਥ ਦੇ ਨਾਲ, ਉਹਨਾਂ ਦੀ ਹੂੰ। ਟੈਕਨੋਲੋਜੀ ਸਾਡੇ ਤੋਂ ਕਿੰਨੀ ਐਡਵਾਂਸ ਸੀਗੀ, ਹੂੰ। ਜੋ ਕੰਟੈਕਟ ਕਰ ਪਾਏ। ਤੇ ਸਾਨੂੰ ਨਹੀਂ ਪਤਾ। ਹੁਣ ਲੋਕੀ ਉਹਦੇ ਉੱਪਰ ਸਟੱਡੀ ਜ਼ਰੂਰ ਕਰ ਰਹੇ ਆ, ਬਟ ਉਹਦਾ ਇੰਪੈਕਟ ਬਹੁਤ ਜ਼ਿਆਦਾ ਖਤਰਨਾਕ ਵੀ ਹੋ ਸਕਦਾ। ਹੂੰ। ਉਹ ਹੋਇਆ ਹੈ, ਉਹ ਹੋਇਆ। ਮੈਂ ਸੌਰੀ ਤੁਹਾਨੂੰ ਇੱਥੇ ਮੈਂ ਟੋਕਣਾ ਚਾਹੂੰਗਾ। ਉਹ ਜੋ ਕਿ ਉਹ ਸਪੇਸਸ਼ਿਪ ਦੇ ਉੱਪਰ ਰਿਵਰਸ ਇੰਜੀਨੀਅਰਿੰਗ ਚੱਲ ਰਹੀ ਹੈ, ਤਾਂ ਉਹ ਜਿਹੜੀ ਹੀਅਰਿੰਗ ਸੀਗੀ ਉਹਨਾਂ ਦੀ ਕਾਊਂਸਿਲ ਦੀ ਚੱਲ ਰਹੀ, ਜਿੱਥੇ ਉਹਨਾਂ ਨੂੰ ਬਿਠਾਇਆ ਹੋਇਆ ਸੀਗਾ, ਅਤੇ ਉਹਨਾਂ ਨੇ ਪੁੱਛਿਆ ਕਿ ਇਹ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਰਿਵਰਸ ਇੰਜੀਨੀਅਰਿੰਗ ਚੱਲ ਰਹੀ ਹੈ ਸਪੇਸਸ਼ਿਪਸ ਦੇ ਉੱਪਰ, ਅਤੇ ਜਿਹੜੇ ਬੰਦੇ ਉਹਨਾਂ ਨੂੰ ਕਰ ਰਹੇ ਆ ਜਾਂ ਉਹ ਆਫਿਸਰਸ ਨੂੰ ਕੋਈ ਮੈਡੀਕਲ ਇੱਦਾਂ ਪ੍ਰੋਬਲਮ ਆਈਆਂ ਨੇ, ਉਹਨਾਂ ਨੇ ਕਿਹਾ ਹਾਂ ਵੀ ਇਹ ਵੀ ਉਹਨਾਂ ਨੇ, ਬਾਕੀ ਜ਼ਿਆਦਾ ਉਹਨੇ ਨਹੀਂ ਡਿਟੇਲਸ ਗਿਆ ਹੈ, ਕਿਉਂਕਿ ਇਹ ਵੀ ਉਹਨਾਂ ਨੇ ਕਿਹਾ ਕਿ ਇਹ ਜੋ ਉਹ ਅੱਗੇ ਆ ਕੇ ਜਿਹੜਾ ਇੰਨਾ ਤਗੜਾ ਖੁਲਾਸਾ ਕੀਤਾ ਹੈ, ਇਸ ਕਾਰਨ ਉਹਨਾਂ ਦੀ ਪ੍ਰੋਫੈਸ਼ਨਲ ਤਾਂ ਹੈ ਹੀ ਹੈ, ਪਰਸਨਲ ਲਾਈਫ ਨੂੰ ਵੀ ਉਹ ਬਹੁਤ ਤਗੜਾ ਰਿਸਕ ਹੈ ਜੋ ਅੱਗੇ ਖੁਲਾਸੇ ਕਰ ਰਿਹਾ। ਤਾਂ ਬਹੁਤ ਜ਼ਿਆਦਾ ਡਿਟੇਲਸ ਨਹੀਂ ਗਏ, ਪਰ ਉਹਨਾਂ ਨੇ ਕਿਹਾ ਕਿ ਹਾਂ ਡੈਫੀਨੇਟਲੀ ਉਹਦੇ ਵਿੱਚ ਹੁਣ ਕੁਝ ਰੇਡੀਓ ਐਕਟਿਵ ਤੱਤਵ ਜਾਂ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਉਹ ਸਪੇਸਸ਼ਿਪਸ ਦੇ ਵਿੱਚੋਂ ਹੀ ਨਿਕਲੀਆਂ, ਅਤੇ ਆਫਿਸਰਸ ਨੂੰ ਮਤਲਬ ਇੰਜਰ ਕੀਤਾ ਕਹਿ ਸਕਦੇ ਹੋ, ਜਾਂ ਜਿੰਨਾ ਅਸਰ ਹੋਇਆ ਹੈ ਆਫਿਸਰਸ 'ਤੇ। ਅਤੇ ਇਹ ਖੁਲਾਸਾ ਕੀਤਾ ਹੈ ਜੀ ਡੇਵਿਡ ਗਰੋਚ ਨੇ ਕਿ ਸਰਕਾਰ ਕੋਲੇ ਕਿੰਨੇ ਹੀ ਦਸ਼ਕਾਂ ਦੇ ਇਹ ਹੋਰ ਗ੍ਰਹਿ ਦੇ ਚਾਹੇ ਲੋਕਾਂ ਨਾ ਕਹਿ ਸਕੀਏ, ਪਰ ਕਮ ਸੇ ਕਮ
ਸਪੇਸਸ਼ਿਪ ਉਡਨ ਤਸਤਰੀਆਂ ਨਾਲ ਤਾਂ ਉਹਨਾਂ ਦਾ ਕੰਟੈਕਟ ਹੋਇਆ ਹੈ ਸਰਕਾਰ ਦਾ, US ਗਵਰਨਮੈਂਟ ਦਾ, ਜੋ ਕਿ ਹਾਲੇ ਤੱਕ ਬਿਆਨ ਨਹੀਂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਹਾਲੇ ਤੱਕ ਉਹਦੇ ਨਾਲ ਨਹੀਂ ਦੱਸਿਆ ਗਿਆ ਹੈ। ਅਤੇ ਉਹਨਾਂ ਦੇ ਕੰਟਰੋਲਸ ਹਨ ਅਤੇ ਉਹਨਾਂ ਦੀ ਰਿਵਰਸ ਇੰਜੀਨੀਅਰਿੰਗ ਚੱਲ ਰਹੀ ਹੈ। ਅਤੇ ਇਹ ਤੁਸੀਂ YouTube 'ਤੇ ਸਾਰਾ ਕੁਝ ਦੇਖ ਸਕਦੇ ਹੋ, ਇਹ ਬਿਲਕੁਲ ਸੱਚ ਹੈ। ਡੇਵਿਡ ਗਰੋਸ਼ ਕਰਕੇ ਜੋ ਕਿ ਫਾਰਮਰ ਇੰਟੈਲੀਜੈਂਸ ਦਾ ਆਫਿਸਰ ਹੈ US ਦਾ, ਉਹਨੇ ਬਹੁਤ ਤਗੜਾ ਖੁਲਾਸਾ ਕੀਤਾ ਅੱਗੇ ਜਾ ਕੇ। ਅਤੇ ਤੁਸੀਂ ਦੇਖ ਸਕਦੇ YouTube 'ਤੇ ਖੁਦ ਦੀਆਂ ਕਿੱਦਾਂ ਕਿ ਉਹਨਾਂ ਦੀ ਪੂਰੀ ਇੰਟਰਵਿਊ ਹੈਗੀਆਂ, ਘੰਟੇ 1.5 ਘੰਟੇ ਦੀਆਂ ਹੈਗੀਆਂ ਨੇ, ਫਾਰਮਲ ਹੀਅਰਿੰਗਸ ਹੈਗੀਆਂ, ਤੁਸੀਂ ਖੁਦ ਜਾ ਕੇ ਸੁਣ ਸਕਦੇ ਹੋ। ਅਤੇ ਇਹ ਬਹੁਤ ਹੀ ਐਕਚੁਅਲੀ ਇੰਟਰਸਟਿੰਗ ਚੀਜ਼ ਹੈ ਅਤੇ ਕਿਤੇ ਨਾ ਕਿਤੇ ਬੰਦੇ ਨੂੰ ਸੋਚ ਕੇ ਲੱਗਦਾ ਵੀ ਹੈ ਕਿ ਹਾਂ ਇਹ ਚੀਜ਼ ਤਾਂ ਨਹੀਂ, ਹੁਣ ਤਾਂ ਲੱਗਣ ਲੱਗ ਗਿਆ ਜਦੋਂ ਇੰਨੇ ਆਪਾਂ ਸਬੂਤ ਦੇਖ ਲਏ। ਅਤੇ ਦੂਸਰੀ ਗੱਲ ਆ, 2 ਸਾਲ ਪਹਿਲਾਂ ਜੋ ਪੈਂਟਾਗਨ ਨੇ ਖੁਦ ਇੱਕ ਵੀਡੀਓ ਰਿਲੀਜ਼ ਕੀਤੀ ਆ, ਅਤੇ ਉਹ ਵੀ ਆਪਾਂ ਤੁਹਾਨੂੰ ਪਲੇ ਕਰਕੇ ਦਿਖਾ ਦਿੰਦੇ ਹਾਂ ਹੁਣ ਐਕਚੁਅਲੀ। That's not LNS though, is it? It's not. It is LNS, yeah. Well, if there's a other thing, it's rotating. Nickel 6-1 Tango Project on it. Oh, got it! Woohoo! Roger, there's troubleshooting needed by here. Did you shooting target? No, I took it on the track. Oh, okay. Oh my gosh, dude. Wow, look at the fly! ਜਿੱਦਾਂ ਕਿ ਤੁਸੀਂ ਦੇਖਿਆ, ਇਹ ਜੋ ਵੀਡੀਓ ਸੀਗੀ ਇਹ ਖੁਦ ਪੈਂਟਾਗਨ ਜੋ ਕਿ US ਦੀ ਡਿਪਾਰਟਮੈਂਟ ਆਫ ਡਿਫੈਂਸ ਦੀ ਮੇਨ ਹੈੱਡਕੁਆਟਰ ਬਿਲਡਿੰਗ ਹੈ, ਅਤੇ ਉਹਨਾਂ ਦੇ ਥਰੂ ਇਹ ਵੀਡੀਓ ਰਿਲੀਜ਼ ਕੀਤੀ ਗਈ ਸੀਗੀ। ਓਫੀਸ਼ੀਅਲੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਇਹ ਜੋ ਸਪੇਸਸ਼ਿਪ ਹੈ ਜਾਂ ਉਡਨ ਤਸਤਰੀ ਹੈ ਜੋ ਵੀਡੀਓ ਦੇ ਵਿੱਚ ਦਿਖ ਰਹੀ ਹੈ, ਇਹ ਇੰਨੀ ਕੁ ਤੇਜ਼ ਚੱਲ ਰਹੀ ਹੈ ਕਿ ਇਸ ਟਾਈਮ ਇਹ ਟੈਕਨੋਲੋਜੀ ਪੂਰੀ ਦੁਨੀਆ ਦੇ ਉੱਪਰ ਕਿਸੇ ਵੀ ਦੇਸ਼ ਕੋਲ ਹੈ ਹੀ ਨਹੀਂ, ਅਤੇ ਇਸ ਧਰਤੀ ਦਾ ਇਹ ਟੈਕਨੋਲੋਜੀ ਨਹੀਂ ਹੈਗੀ। ਅਤੇ ਜਿੰਨੀ ਸਪੀਡ ਨਾਲ ਮੂਵ ਕਰ ਰਹੀ ਸੀ, ਉਹ ਕਹਿ ਰਹੀ ਸੀ ਕਿ ਉਹ 15,000 ਫੁੱਟ ਵਾਟਰ ਸਰਫੇਸ ਦੇ ਉੱਤੋਂ 1,000 ਫੁੱਟ ਲੈਵਲ ਤੱਕ ਗਈ ਆ ਸਿਰਫ ਸੈਕਿੰਡਾਂ ਦੇ ਵਿੱਚ। ਤਾਂ ਉਹ ਹਜ਼ਾਰਾਂ ਫੁੱਟ ਦਾ ਸਫ਼ਰ ਕਰ ਰਹੀ ਆ ਸਿਰਫ ਕੁਝ ਸੈਕਿੰਡਾਂ ਦੇ ਵਿੱਚ। ਅਤੇ ਇੱਦਾਂ ਦੀ ਟੈਕਨੋਲੋਜੀ ਇਸ ਟਾਈਮ ਕਿਸੇ ਵੀ ਦੇਸ਼ ਕੋਲ ਆਪਣੀ ਦੁਨੀਆ ਦੇ ਉੱਪਰ ਇਸ ਟਾਈਮ ਨਹੀਂ ਹੈ। ਅਤੇ ਇਹ ਉਹਨਾਂ ਨੇ ਕਿਹਾ ਹੈ ਕਿ ਇਹ ਸਾਨੂੰ ਇਸ ਟਾਈਮ ਫਿਲਹਾਲ ਪਤਾ ਨਹੀਂ ਹੈ ਕਿ ਇਹ ਚੀਜ਼ ਕੀ ਹੈ, ਇਹ ਨੋਨ ਹਿਊਮਨ ਹੀ ਹੈ। ਅਤੇ ਕਾਫੀ ਚੌਂਕਾ ਦੇਣ ਵਾਲੀ ਵੀਡੀਓ, ਅਤੇ ਇਹ ਸਰਕਾਰ ਨੇ ਇਹ ਤਾਂ ਖੁਦ ਇਸ ਚੀਜ਼ ਦਾ ਦਾਅਵਾ ਕੀਤਾ ਹੈ। ਹੁਣ ਇਸ ਚੀਜ਼ ਦੇ ਉੱਪਰ ਜਦੋਂ ਉਹ ਕੰਪਨੀ ਖੁਦ ਇਹ ਇੱਦਾਂ ਦੀਆਂ ਵੀਡੀਓਜ਼ ਰਿਲੀਜ਼ ਕਰਦੀ ਹੈ, ਉਸ ਚੀਜ਼ ਨੂੰ ਕਵਰ ਅਪ ਵੀ ਕੰਪਨੀ ਕਰ ਹੀ ਰਹੀ ਹੈ, ਪੈਂਟਾਗਨ ਨੇ ਕਵਰ ਅਪ ਵੀ ਕੀਤਾ ਇਸ ਚੀਜ਼ ਨੂੰ। ਹੁਣ ਜਦ ਉਹ ਬੰਦੇ ਨੇ ਜਿਹੜਾ ਕਿ ਐਕਸ ਮਿਲਟਰੀ ਹੈ, ਉਹਨੇ ਜਦ ਆ ਕੇ ਆਪਣਾ ਖੁਲਾਸਾ ਕੀਤਾ ਕਿ ਉਹਨਾਂ ਦੇ ਕੋਲ ਇੱਦਾਂ ਦੀਆਂ ਨੋਨ ਹਿਊਮਨ ਚੀਜ਼ਾਂ ਜਾਂ ਉਹਨਾਂ ਦੇ ਕੋਲ UFOs ਜਾਂ UAPs ਦੇ ਉੱਪਰ ਜਦੋਂ ਕੰਮ ਚੱਲ ਰਿਹਾ ਹੈ, ਤਾਂ ਉਸ ਬੰਦੇ ਦੇ ਉੱਪਰ ਬਹੁਤ ਜ਼ਿਆਦਾ ਐਕਸ਼ਨਸ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ US ਜੋ ਕੋਰਟਸ ਹੁੰਦੀਆਂ ਉਹਨਾਂ ਵੱਲੋਂ। ਈਵਨ ਉਹ ਬੰਦੇ ਨੇ ਇੰਨੀ ਗੱਲ ਵੀ ਕੋਰਟ 'ਚ ਕਹਿਤੀ ਸੀ ਕਿ ਆਈ ਹੈਵ ਦੀ ਐਗਜ਼ੈਕਟ ਲੋਕੇਸ਼ਨ, ਕਿ ਮੈਂ ਤੁਹਾਨੂੰ ਉਹ ਲੋਕੇਸ਼ਨ ਵੀ ਦੱਸ ਸਕਦਾ ਜਿੱਥੇ ਇਸ ਚੀਜ਼ ਨੂੰ ਰੱਖਿਆ ਗਿਆ ਹੈ, ਇਹਦੇ ਉੱਪਰ ਟੈਸਟਿੰਗ ਹੋ ਰਹੀ ਹੈ। ਬਟ ਹਮੇਸ਼ਾ ਜਦੋਂ ਵੀ ਆਪਾਂ ਉਸ ਵੀਡੀਓ ਨੂੰ ਦੇਖਦੇ ਹਾਂ, ਉਹਦੇ ਵਿੱਚ ਜਿਹੜਾ ਸਾਹਮਣੇ ਜੱਜ ਬੈਠਾ ਜਾਂ ਜਿਹੜੇ ਜੂਰੀ ਮੈਂਬਰਸ ਬੈਠੇ ਆ, ਉਹ ਹਮੇਸ਼ਾ ਇਸ ਗੱਲ ਨੂੰ ਦਬਾਉਣਾ ਚਾਹੁੰਦੇ ਆ, ਉਹ ਇਸ ਗੱਲ ਦੇ ਉੱਪਰ ਫਰੀਲੀ ਨਹੀਂ ਬੋਲਣਾ ਚਾਹੁੰਦੇ, ਕਿਉਂਕਿ ਪੈਂਟਾਗਨ ਇੱਕ ਬਹੁਤ ਮੇਜਰ ਕੰਪਨੀ ਹੈ, ਇੱਕ ਬਹੁਤ ਮੇਜਰ ਡਿਫੈਂਸ ਐਸੋਸੀਏਸ਼ਨ ਹੈ। ਜੇ ਉਸ ਕੰਪਨੀ ਦੇ ਉੱਪਰ ਗੱਲ ਆਉਂਦੀ ਹੈ, ਦੈਟ ਮੀਨਸ ਕਿ ਪੂਰੀ US ਦੀ ਸਿਕਿਉਰਿਟੀ ਜਿਹੜੀ ਹੈ ਉਹ ਕੰਪਰੋਮਾਈਜ਼ ਹੁੰਦੀ ਹੈ। ਤੇ ਉਹ ਉਸ ਚੀਜ਼ ਨੂੰ ਇਸ ਕਰਕੇ ਜਿੰਨਾ ਹੋ ਸਕੇ ਦਬਾਉਣ ਦੀ ਕੋਸ਼ਿਸ਼ ਕਰਦੇ, ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੇ। ਨਹੀਂ ਬਿਲਕੁਲ। ਅਤੇ ਇਸ ਡੇਵਿਡ ਗਰੋਸ਼ ਨੇ ਇਹ ਤਾਂ ਕਿਹਾ ਹੈ ਕਿ ਉਹਨਾਂ ਦੀ ਆਪਣੀ ਲਾਈਫ ਨੂੰ ਖਤਰਾ ਹੈ ਇਹ ਚੀਜ਼ਾਂ ਰਿਲੀਜ਼ ਕਰਕੇ, ਇਨਫੋਰਮੇਸ਼ਨ ਰਿਲੀਜ਼ ਕਰਕੇ, ਪਰ ਫਿਰ ਵੀ ਇਹ ਚੀਜ਼ਾਂ ਉਹ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਨ। ਅਤੇ ਜਿਸ ਕਰਕੇ ਇਹ ਚੀਜ਼ਾਂ ਆਪਣੇ ਸਾਹਮਣੇ ਆ ਪਾਈਆਂ ਹਨ। ਅਤੇ ਹੁਣ ਗੱਲ ਕਰਦੇ ਹਾਂ, ਇੱਕ ਜੇ ਏਲੀਅਨਸ ਜਾਂ ਉਡਨ ਤਸਤਰੀਆਂ ਦੀ ਗੱਲ ਹੁੰਦੀ ਹੈ ਤਾਂ ਇੱਕ ਏਰੀਆ ਹੈ ਸਰਟਨ ਅਮਰੀਕਾ ਦਾ ਜਿਹਦੇ ਬਾਰੇ ਹਮੇਸ਼ਾ ਗੱਲ ਕੀਤੀ ਜਾਂਦੀ ਹੈ, ਜਿਹਨੂੰ ਕਿ ਏਰੀਆ 51 ਕਿਹਾ ਜਾਂਦਾ ਹੈ, ਜੋ ਕਿ ਅਮਰੀਕਾ ਦੇ ਨੇਵਾਡਾ ਡੈਜ਼ਰਟ ਵਿੱਚ ਸਥਿਤ ਹੈ। ਇੱਕ ਰਿਸਟ੍ਰਿਕਟਿਡ ਏਰੀਆ ਹੈ ਜਿੱਥੇ ਕਿ ਇਸ ਤਰ੍ਹਾਂ ਦੀ ਰਿਸਰਚ ਜਾਂ ਇਹ ਚੀਜ਼ਾਂ ਬਾਰੇ ਜੋ ਟ੍ਰੇਨਿੰਗ ਵਗੈਰਾ ਹੈ ਉਹ ਚੀਜ਼ਾਂ ਸਾਰੀਆਂ ਕੀਤੀਆਂ ਜਾਂਦੀਆਂ ਹਨ। ਅਤੇ ਮੰਨਿਆ ਜਾਂਦਾ ਹੈ ਕਿ ਉਹ ਏਰੀਏ ਦੇ ਵਿੱਚ ਵੀ ਕ੍ਰੈਸ਼ ਲੈਂਡ ਕੀਤੇ ਹੋਏ ਸਪੇਸਸ਼ਿਪਸ, ਉਡਨ ਤਸ਼ਤਰੀਆਂ ਇਹ ਉਹ ਹੈਗੀਆਂ ਹਨ, ਜਿਨ੍ਹਾਂ ਦੇ ਉੱਪਰ ਰਿਸਰਚ ਚੱਲ ਰਹੀ ਹੈ, ਜਿਨ੍ਹਾਂ ਦੇ ਉੱਪਰ ਰਿਵਰਸ ਇੰਜੀਨੀਅਰਿੰਗ ਚੱਲ ਰਹੀ ਹੈ, ਅਤੇ ਨੋਨ ਹਿਊਮਨ ਬਾਇਓਲੋਜਿਕਸ ਨੋਨ ਹਿਊਮਨ ਐਂਟੀਟੀਜ਼ ਵੀ ਹਨ। ਅਤੇ
ਪਰ ਉਹ ਓਬਵੀਅਸਲੀ ਉਹ ਚੀਜ਼ ਨੂੰ ਬਹੁਤ ਕਲਾਸੀਫਾਈਡ ਤਰੀਕੇ ਨਾਲ ਰੱਖਿਆ ਜਾਂਦਾ ਹੈ। ਉਸ ਦੇ ਆਈ ਥਿੰਕ ਕੁਛ 100 ਮੀਟਰ ਦੇ ਦਾਇਰੇ 'ਚ ਵੀ ਕੋਈ ਆਮ ਇਨਸਾਨ ਦਾ ਜਾਣਾ ਮਨਾ ਹੈ। ਤੇ ਹੁਣ ਏਰੀਆ 51 ਜੋ ਹੈ ਉਹਦੇ ਬਾਰੇ ਲੋਕਾਂ ਨੇ ਬਸ ਸੁਣਿਆ ਹੀ ਹੈ, ਤੇ ਉਸ ਚੀਜ਼ ਦੀ ਕੋਈ ਡਾਕੂਮੈਂਟਡ ਪ੍ਰੂਫ ਨਹੀਂ ਹੈ ਕਿਸੇ ਦੇ ਕੋਲ ਕਿ ਉਹ ਹੂੰ ਪਲੇਸ ਦੇ ਉੱਪਰ ਹੁੰਦਾ ਕੀ ਹੈ, ਉਹ ਪਲੇਸ ਦੀ ਸਟਰਕਚਰ ਕੀ ਹੈ, ਉਹ ਕਿਉਂ ਬਣਾਈ ਗਈ ਹੈ। ਬਟ ਜਿੱਦਾਂ ਦੀਆਂ ਵੀ ਲੋਕਾਂ ਦੇ ਥਰੂ ਸੁਣਨ ਨੂੰ ਆਉਂਦਾ ਹੈ, ਉਹ ਇਹੀ ਆਉਂਦਾ ਹੈ ਕਿ ਉਹ ਇੱਕ ਫੈਸਿਲਿਟੀ ਹੈ ਜੋ ਕਿ ਬਹੁਤ ਡਿਜ਼ਰਟਿਡ ਹੈ ਫਰੋਮ ਸਿਵਲਾਈਜੇਸ਼ਨ। ਉਹ ਬਹੁਤ ਅਲੱਗ ਜਗ੍ਹਾ ਤੇ ਬਣਾਈ ਗਈ ਹੈ। ਉਹ ਇੰਨੀ ਕੁ ਜ਼ਿਆਦਾ ਸਿਕਿਉਰਡ ਫੈਸਿਲਿਟੀ ਹੈ ਕਿ ਜੇ ਉਹਦੇ ਨੇੜੇ ਤੇੜੇ ਕੋਈ, ਈਵਨ ਉੱਥੇ ਜੇ ਕੋਈ ਪਰਿੰਦਾ ਵੀ ਜਾਂਦਾ ਨਾ, ਉਹ ਸਕੈਨ ਹੂੰ ਹੁੰਦਾ, ਹੂੰ ਉਹਦੇ ਉੱਪਰ ਅੱਖ ਰੱਖੀ ਜਾਂਦੀ ਹੈ ਕਿ ਇਹ ਇਸ ਏਰੀਏ ਦੇ ਅੰਦਰ ਇਹ ਚੀਜ਼ ਆ ਕਿੱਦਾਂ ਰਹੀ ਹੈ। ਹੂੰ ਸਭ ਤੋਂ ਹਾਈਐਸਟ ਟੈਕਨੋਲੋਜੀ ਜਿੰਨੀ ਇਸ ਟਾਈਮ ਤੇ ਸਾਡੇ ਵਰਲਡ 'ਚ ਐਗਜ਼ਿਸਟ ਕਰਦੀ ਹੈ ਉਸ ਏਰੀਏ ਦੇ ਵਿੱਚ ਹੈਗੀ ਹੈ, ਹੂੰ ਉਹ ਆਲਰੇਡੀ ਯੂਜ਼ ਕਰ ਰਹੇ ਆ। ਉਹਨਾਂ ਦੇ ਕੋਲ ਰੇਡਾਰ ਸਿਸਟਮਸ ਇੰਨੇ ਸਟਰੋਂਗ ਲੱਗੇ ਆ ਜਿਹੜੇ ਸਰਟਨ ਕੰਟਰੀਜ਼ ਦੇ ਮਿਲਟਰੀਜ਼ ਦੇ ਕੋਲ ਨਹੀਂ ਹੈਗੇ। ਹੂੰ ਉਹਨਾਂ ਨੇ ਉਹ ਸਿਸਟਮ ਆਪਣੇ ਇੱਕ ਸਿਰਫ ਏਰੀਆ ਨੂੰ ਸਿਕਿਉਰ ਕਰਨ ਵਾਸਤੇ ਲਗਾ ਰੱਖੇ ਆ। ਹੂੰ। ਤੇ ਬਿਲਕੁਲ ਇਸ ਸਾਰੀ ਹੁਣ ਜਦੋਂ ਪਤਾ ਚੱਲਦਾ ਹੈ ਕਿ ਬਿਲਕੁਲ ਉੱਥੇ ਕੁਛ ਅਜਿਹਾ ਹੈ ਜੋ ਉਹ ਬਾਕੀ ਦੁਨੀਆ ਨੂੰ ਨਹੀਂ ਦੱਸਣਾ ਚਾਹੁੰਦੇ, ਜਿਸ ਬਾਰੇ ਜਾਂ ਉਹ ਨਹੀਂ ਉਹ ਰਿਵੀਲ ਕਰਨਾ ਚਾਹੁੰਦੇ ਉਹ ਚੀਜ਼। ਤੇ ਇਹ ਤਾਂ ਹੋ ਗਈ ਅਮਰੀਕਾ ਦੀ। ਚਲੋ ਜੇ ਆਪਾਂ ਆਪਣੇ ਭਾਰਤ ਦੀ ਵੀ ਗੱਲ ਕਰੀਏ ਤਾਂ ਬਹੁਤ ਮਾਣ ਵਾਲੀ ਗੱਲ ਹੈ ਸਾਰੇ ਭਾਰਤੀਆਂ ਲਈ। ਤਾਂ ਪਿੱਛੇ ਜੇ ਆਪਣਾ ਚੰਦਰਯਾਨ 3 ਜੋ ਕਿ ਲਾਂਚ ਹੋਇਆ ਹੈ, ਜੋ ਕਿ ਚੰਦ 'ਤੇ ਪਹੁੰਚਣ ਦੀ ਐਕਸਪੈਕਟੇਸ਼ਨ ਹੈ 23 ਤਰੀਕ ਤੱਕ ਜਾਂ 24 ਤਰੀਕ ਤੱਕ ਜੋ ਕਹਿ ਰਹੇ ਆ, ਜੋ ਕਿ ਆਲਰੇਡੀ ਇਸ ਟਾਈਮ ਤੱਕ ਚੰਦ ਦੀ ਔਰਬਿਟ ਦੇ ਵਿੱਚ ਐਂਟਰ ਕਰ ਚੁੱਕਿਆ ਹੈ। ਤੇ ਉਸ ਤੋਂ ਹੋਰ ਵੀ ਖੁਲਾਸੇ ਹੋਣਗੇ। ਉਹ ਪਤਾ ਚੱਲੇਗਾ ਕਿ ਉੱਪਰ ਜਾ ਕੇ ਜਿੱਦਾਂ ਕਿ ਉਹ ਤਸਵੀਰਾਂ ਲੈਂਦਾ ਹੈ ਖੁਦ ਚੰਦ ਦੀਆਂ ਜਾਂ ਬਾਕੀ ਸੋਲਰ ਸਿਸਟਮ ਦੀਆਂ, ਸਾਰੇ ਯੂਨੀਵਰਸ ਦੀਆਂ, ਤਾਂ ਬਹੁਤ ਹੋਰ ਖੁਲਾਸੇ ਹੋ ਸਕਦੇ ਆ ਜਾਂ ਕਿੱਦਾਂ ਕੀ ਆ, ਜੋ ਕਿ ਦੇਖਣਾ ਬਾਕੀ ਰਹੇਗਾ। ਇੰਤਜ਼ਾਰ ਰਹੇਗਾ ਬਿਲਕੁਲ 23 ਤਰੀਕ ਦਾ, ਜਦੋਂ ਕਿ ਉਹ ਚੰਦਰਯਾਨ 3 ਜੋ ਕਿ ਹੈ ਉੱਥੇ ਲੈਂਡ ਕਰਕੇ ਚੰਦ ਦੇ ਉੱਪਰ ਪਹਿਲੀਆਂ ਤਸਵੀਰਾਂ ਖਿੱਚਦਾ ਹੈ ਅਤੇ ਭੇਜਦਾ ਹੈ। ਸਾਰਿਆਂ ਦੀ ਅੱਖ ਰਹੇਗੀ ਉਸ ਚੀਜ਼ ਦੇ ਉੱਪਰ ਵੀ। ਤੇ ਕੀ ਕਹਿਣਾ ਉਸ ਚੀਜ਼ ਦੇ ਬਾਰੇ ਜੋਸ਼ੀ ਜੀ? ਉਸ ਚੀਜ਼ ਦੀ ਸਾਰੇ ਪੂਰੇ ਇੰਡੀਅਨਸ ਦੀ ਬਹੁਤ ਹੀ ਗਰਵ ਵਾਲਾ ਮੂਵਮੈਂਟ ਰਹੇਗਾ ਜੇ ਇਹ ਇੱਕ ਸਕਸੈਸਫੁਲ ਲੈਂਡਿੰਗ ਹੋ ਹੂੰ ਜਾਂਦੀ ਹੈ, ਕਿਉਂਕਿ ਇਸ ਚੀਜ਼ ਦੇ ਉੱਤੇ ਖਰਚਾ ਵੀ ਬਹੁਤ ਹੁੰਦਾ ਹੈ, ਹੂੰ ਬਹੁਤ ਲੋਕਾਂ ਦੀ ਮਿਹਨਤ ਲੱਗੀ ਹੁੰਦੀ ਹੈ, ਕਈ ਸਾਲਾਂ ਦੀ ਮਿਹਨਤ ਲੱਗਦੀ ਹੈ ਇੱਕ ਐਦਾਂ ਦਾ ਮਿਸ਼ਨ ਨੂੰ ਸਕਸੈਸ ਕਰਵਾਉਣ ਦੇ ਪਿੱਛੇ। ਹੂੰ ਲਾਸਟ ਮਿਸ਼ਨ ਸਾਡਾ ਸੀਗਾ ਫॉर ਸਮ ਰੀਜ਼ਨਸ ਅਨਸਕਸੈਸਫੁਲ ਰਿਹਾ ਸੀ। ਹੂੰ ਹੁਣ ਉਮੀਦ ਕਰਦੇ ਹਾਂ ਕਿ ਇਸ ਮਿਸ਼ਨ ਦੇ ਨਾਲ ਇੰਡੀਆ ਨੂੰ ਇੱਕ ਲੀਡ ਮਿਲੇਗੀ ਇਨ ਟਰਮਸ ਆਫ ਲਾਈਕ ਐਸਟਰੋਨੌਟਸ ਐਂਡ ਜੀ ਐਵਰੀਥਿੰਗ, ਬਿਲਕੁਲ। ਕਿ ਉਹ ਇੱਕ ਹੂੰ ਸਪੇਸ ਐਕਸਪਲੋਰੇਸ਼ਨ 'ਚ ਬਹੁਤ ਹੈਲਪ ਹੋਏਗੀ ਇੰਡੀਆ ਦੀ। ਮੈਨੂੰ ਇੱਕ ਇਸ ਕਰਕੇ ਤੁਹਾਡਾ ਪੁਆਇੰਟ ਮੈਨੂੰ ਬਹੁਤ ਵਧੀਆ ਲੱਗਿਆ। ਤੁਸੀਂ ਕਹਿ ਰਹੇ ਇੰਨੇ ਪੈਸਿਆਂ 'ਚ, ਤੇ ਹਮੇਸ਼ਾ ਗੱਲ ਹੁੰਦੀ ਹੈ ਕਿ ਯਾਰ ਅਮਰੀਕਾ ਨੇ ਫਲਾਣੇ ਕਿੰਨੇ ਸੈਟਲਾਈਟ ਭੇਜਦੇ ਹੈ, ਠੀਕ ਹੈ, ਚੰਦ ਦੇ ਉੱਪਰ ਜਾਂ ਮਾਰਸ ਦੇ ਉੱਪਰ, ਜਾਂ ਰੂਸ ਨੇ, ਰਸ਼ੀਆ ਨੇ ਕਿੰਨੇ ਭੇਜਦੇ ਹੈ, ਇਸ ਕਰਕੇ। ਪਰ ਆਪਾਂ ਨੂੰ ਇਹ ਵੀ ਚੀਜ਼ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਕੋਲੇ ਕਿੰਨਾ ਬਜਟ ਹੁੰਦਾ ਹੈ, ਕਿੰਨੇ ਪੈਸੇ ਲੱਗਦੇ ਹਨ। ਰਿਸਰਚ ਸਪੇਸ ਐਂਡ ਰਿਸਰਚ ਆਰਗੇਨਾਈਜੇਸ਼ਨ, ਉਹਨਾਂ ਕੋਲ ਬਿਲੀਅਨਸ ਦਾ ਬਜਟ ਹੁੰਦਾ ਹੈ। ਅਤੇ ਜੋ ਚੀਜ਼ਾਂ ਆਪਣਾ ਭਾਰਤ ਦੇ ISRO ਦੇ ਸਾਇੰਟਿਸਟ ਨੇ ਚੀਜ਼ਾਂ ਕਰਕੇ ਦਿਖਾਈਆਂ ਹਨ, ਅਤੇ ਇੰਨੇ ਥੋੜ੍ਹੇ ਬਜਟ 'ਚ ਉਹ ਬਿਲਕੁਲ ਉਹ ਤਾਂ ਸਰਾਹਨਾ ਕਰਨੀ ਚਾਹੀਦੀ ਹੈ ਉਸ ਚੀਜ਼ ਦੀ ਕਿ ਇੰਨੇ ਥੋੜ੍ਹੇ ਬਜਟ ਦੇ ਵਿੱਚ ਵੀ ਇੰਨਾ ਉਹ ਕਾਮਯਾਬ ਉਹ ਅਭਿਆਨ ਚਲਾ ਸਕੇ ਨੇ। ਅਤੇ ਚੰਦਰਯਾਨ 3 ਨੂੰ ਜੋ ਕਿ ਹੈ ਉਹ ਹੋਪਫੁਲੀ ਹਾਲੇ ਤੱਕ ਚਲੋ ਨਹੀਂ ਪਹੁੰਚਿਆ ਹੈ, ਬਟ ਬਿਲਕੁਲ ਪਹੁੰਚੂਗਾ ਜੀ ਥੋੜ੍ਹੇ ਦਿਨਾਂ ਦੇ ਵਿੱਚ। ਤਾਂ ਬਿਲਕੁਲ ਦਾਦ ਦੇਣੀ ਪਊਗੀ ISRO ਦੀ ਵੀ। ਉਹ ਵੀ ਕਹਿ ਰਹੇ ਹਨ ਕਿ ਅਸੀਂ ਵੀ ਪਿੱਛੇ ਨਹੀਂ ਹਾਂ, ਅਤੇ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ ਸਾਰੇ ਭਾਰਤੀਆਂ ਲਈ। ਅਤੇ ਸਾਰਿਆਂ ਨੂੰ ਬੇਸਬਰੀ ਦਾ ਇੰਤਜ਼ਾਰ ਰਹੇਗਾ ਕਿ ਕਦੋਂ ਓਫੀਸ਼ੀਅਲੀ ਚੰਦਰਯਾਨ 3 ਉੱਥੇ ਲੈਂਡ ਕਰਦਾ ਹੈ ਅਤੇ ਆਪਾਂ ਨੂੰ ਪਹਿਲੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਚੰਦ ਦੇ ਉੱਪਰੋਂ, ਅਤੇ ਪਹਿਲਾ ਭਾਰਤੀ ਜੋ ਕਿ ਕਦਮ ਰੱਖੇਗਾ ਚੰਦ ਦੇ ਉੱਪਰ। ਅਤੇ ਬਹੁਤ ਵਧੀਆ ਮੈਨੂੰ ਇੱਕ ਕੋਟ ਯਾਦ ਆਉਂਦਾ ਹੈ, ਜਦੋਂ ਨੀਲ ਆਰਮਸਟਰੋਂਗ ਨੇ ਜਦੋਂ ਪਹਿਲਾ ਪੈਰ ਰੱਖਿਆ ਸੀਗਾ ਚੰਦ ਦੇ ਉੱਪਰ, ਇੰਗਲਿਸ਼ ਕਹਿ ਰਹੇ ਸੀਗੇ ਕਿ ਅ ਸਮਾਲ ਸਟੈਪ ਫॉर ਅ ਮੈਨ ਬਟ ਅ ਹਿਊਜ ਲੀਪ ਫॉर ਮੈਨਕਾइंड। ਅਤੇ ਉਹ ਇੱਕ ਬਹੁਤ ਵਧੀਆ ਲਾਈਨ ਹੈ, ਜੋ ਕਿ ਹੈ ਕਿ ਇੱਕ ਛੋਟਾ ਕਦਮ ਲਿਆ ਇੱਕ ਬੰਦੇ ਨੇ, ਪਰ ਇੱਕ ਬਹੁਤ ਵੱਡਾ ਕਦਮ ਸੀਗਾ ਉਹ ਸਾਰੇ ਮੈਨਕਾइंड ਲਈ। ਅਤੇ ਜੋ ਕਿ ਬਿਲਕੁਲ ਸੱਚ ਹੈ। ਅਤੇ ਆਪਾਂ ਨੂੰ ਕਿੰਨੀਆਂ ਚੀਜ਼ਾਂ ਪਤਾ ਲੱਗੀਆਂ ਬ੍ਰਹਿਮੰਡ ਬਾਰੇ, ਜੋ ਕਿ ਉਹ ਪਹਿਲੀ ਵਾਰੀ ਕੋਈ ਬੰਦਾ ਜੋ ਕਿ ਚੰਦ ਦੇ ਉੱਪਰ ਪਹੁੰਚ ਸਕਿਆ ਸੀਗਾ। ਅਤੇ ਬਿਲਕੁਲ ਇੱਦਾਂ ਦੇ ਹੀ ਆਪਾਂ ਨੂੰ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਹਨ ਇਸ ਵਾਰੀ ਵੀ। ਅਤੇ ਖੈਰ ਉਸ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ, ਪਤਾ ਚੱਲੇਗਾ ਆਪਾਂ ਨੂੰ।
ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖੀ ਹੈ। ਤੇ ਪੂਰੇ ਐਪੀਸੋਡ ਬਹੁਤ ਜਲਦ ਆ ਰਹੇ ਹਨ, ਤੇ ਪੂਰੇ ਐਪੀਸੋਡ ਦੇਖਣ ਲਈ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ। ਤੇ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।